देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਿਫਾਲੀ। ਲਗਾਤਾਰ ਜੇਕਰ ਗੱਲ ਕਰੀਏ ਕਿ ਅੰਦੋਲਨਾਂ ਦੀ ਤਾਂ ਉਹ ਚੱਲੇ ਹੋਏ ਨੇ, ਜੇਕਰ ਗੱਲ ਕਰੀਏ ਹਰ ਇੱਕ ਵਰਗ ਦੀ ਤਾਂ ਉਹ ਕਿਤੇ ਨਾ ਕਿਤੇ ਆ ਕੇ ਅੱਜ ਜਿਹੜਾ ਸਮਾਂ ਹੈ ਇਸ ਦੇ ਵਿੱਚ ਵਿਰੋਧ ਕਰਦੇ ਹੋਏ ਵੱਖ-ਵੱਖ ਚੀਜ਼ਾਂ ਦੇ ਨਜ਼ਰ ਆ ਰਹੇ ਨੇ। ਇਸ ਨਾਲ ਅੱਜ 11 ਤਰੀਕ ਨੂੰ ਵੀ IMA ਯਾਨੀ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਇੱਕ ਸਟ੍ਰਾਈਕ ਕੀਤੀ ਗਈ ਸੀ, ਜਿੱਥੇ ਪੂਰੇ ਭਾਰਤ ਭਰ ਦੇ ਡਾਕਟਰਾਂ ਨੇ ਅੱਜ ਪੈਨ ਡਾਊਨ ਕੀਤਾ ਅਤੇ ਕੋਈ ਵੀ ਨੌਨ ਐਮਰਜੈਂਸੀ ਸੇਵਾਵਾਂ ਅੱਜ ਨਹੀਂ ਨਿਭਾਈਆਂ ਜਾ ਰਹੀਆਂ। ਪੂਰੇ ਭਾਰਤ ਭਰ ਦੇ ਡਾਕਟਰਸ ਜਿਹੜੇ ਨੇ ਉਹ ਅੱਜ ਇਹਨਾਂ ਸੇਵਾਵਾਂ ਦੇ ਉੱਤੇ ਮੌਜੂਦ ਨਹੀਂ ਸਨ। ਇਸ ਦੇ ਬਾਰੇ ਚਰਚਾ ਕਰਨ ਦੇ ਲਈ ਕਿ ਕਿਉਂ ਅਜਿਹਾ ਸਟੈਪ ਜਿਹੜਾ ਹੈ ਡਾਕਟਰਸ ਨੂੰ ਚੱਕਣਾ ਪਿਆ, ਕੀ ਅਜਿਹਾ ਹੋਇਆ ਜਿਹੜਾ ਅੱਜ ਡਾਕਟਰਸ ਦੀ ਸਟ੍ਰਾਈਕ ਚੱਲ ਰਹੀ ਹੈ ਪਰ ਬਹੁਤ ਸ਼ਾਂਤਮਈ ਤਰੀਕੇ ਦੇ ਨਾਲ, ਯਾਨੀ ਕਿ ਆਪੋ ਆਪਣੇ ਘਰੇ ਬੈਠ ਕੇ ਇਹ ਸਟ੍ਰਾਈਕ ਜਿਹੜੀ ਹੈ ਇਸ ਦਾ ਹਿੱਸਾ ਬਣੇ ਹੋਏ ਨੇ ਡਾਕਟਰ। ਤੋਂ ਅੱਜ ਸਾਡੇ ਨਾਲ ਸੀਨੀਅਰ ਵਾਈਸ ਪ੍ਰੈਜ਼ੀਡੈਂਟ IMA ਲੁਧਿਆਣਾ ਸਾਡੇ ਨਾਲ ਡਾਕਟਰ ਗੌਰਵ ਸਚਦੇਵਾ ਮੌਜੂਦ ਨੇ, ਜੋ ਕਿ ਹੈਡ ਨੇ ਮੈਡੀਸਨ ਦੇ ਅਰੋੜਾ ਨਿਊਰੋ ਹਸਪੀਟਲ ਦੇ ਵੀ। ਸਤਿ ਸ਼੍ਰੀ ਅਕਾਲ ਡਾਕਟਰ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਮੈਂ ਦੈਨਿਕ ਸਵੇਰਾ ਦਾ ਤੇ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਕੰਸਰਨ ਦੇਖਿਆ ਕਿ ਅੱਜ ਡਾਕਟਰ ਸਾਡੇ ਸਾਰੇ ਸਟ੍ਰਾਈਕ ਨੇ ਤੇ ਜਿਹੜੇ ਵੀ ਸਾਰੇ ਸਰੋਤਾ ਤੇ ਸਾਰੇ ਦੇਖਣ ਵਾਲਿਆਂ ਨੂੰ ਮੈਂ ਸਤਿ ਸ਼੍ਰੀ ਅਕਾਲ ਬੁਲਾਉਣਾ ਜੀ। ਡਾਕਟਰਸ ਅੱਜ ਸਾਰੇ ਪੈਨ ਡਾਊਨ ਸਾਰੇ ਡਾਕਟਰਸ ਜਿੰਨੇ ਵੀ ਨੇ ਪੂਰੇ ਭਾਰਤ ਭਰ ਦੇ ਵਿੱਚ ਉਹਨਾਂ ਦੀ ਇਹ ਸਟ੍ਰਾਈਕ ਚੱਲ ਰਹੀ ਹੈ, 12 ਘੰਟਿਆਂ ਦੀ ਇਹ ਸਟ੍ਰਾਈਕ ਹੈ। ਅਜਿਹਾ ਫੈਸਲਾ ਕਿਉਂ ਕਰਨਾ ਪਿਆ ਸਾਰੇ ਡਾਕਟਰਸ ਨੂੰ ਆਪਣੀਆਂ ਸੇਵਾਵਾਂ ਤੋਂ ਪਿੱਛੇ ਹਟ ਕੇ ਘਰ ਬੈਠਣ ਦਾ, ਇਹ ਕਿਉਂ ਹੋਇਆ? ਦੇਖੋ ਜੀ ਕਿ ਜੋ ਸਰਕਾਰ ਨੇ ਇਹ ਜੋ ਲੈ ਕੇ ਆਏ ਨੇ, ਇਹ ਪ੍ਰਪੋਜ਼ਲ ਲੈ ਕੇ ਆਏ ਨੇ ਕਿ ਜਿਹੜੇ ਆਯੂਸ਼ ਡਾਕਟਰਸ ਨੇ, ਜਿਹੜੇ ਆਯੁਰਵੈਦਿਕ ਡਾਕਟਰਸ ਨੇ, ਉਹਨਾਂ ਨੂੰ ਸਰਜੀਕਲ ਪ੍ਰੋਸੀਜਰਸ ਅਲਾਉ ਕੀਤੇ ਜਾਣਗੇ ਕੁਛ ਟ੍ਰੇਨਿੰਗ ਤੋਂ ਬਾਅਦ। ਅਸੀਂ ਸੋਚਦੇ ਹਾਂ ਕਿ ਇਹ ਬਹੁਤ ਵੱਡੀ ਸਾਜ਼ਿਸ਼ ਵੀ ਹੈ ਵੀ ਇਹ ਕੋਈ ਜਿਹੜੀ ਅਸੀਂ ਐਲੋਪੈਥਿਕ ਜਿਹੜੀ ਅਸੀਂ ਮੈਡੀਸਿਨ ਆ ਜਾਂ ਜਿਹੜੀ ਅਸੀਂ ਸਰਜੀਕਲ ਚੀਜ਼ਾਂ ਨੇ ਅਸੀਂ ਬਹੁਤ ਸਾਲਾਂ ਦੇ ਵਿੱਚ ਬਹੁਤ ਡਿਵੈਲਪ ਕੀਤੀਆਂ ਨੇ। ਤੁਸੀਂ ਇਹ ਦੇਖੋ ਕਿ ਜੇ ਅਸੀਂ ਆਪਣੇ ਐਲੋਪੈਥੀ ਦੀ ਗੱਲ ਕਰੀਏ ਤੇ ਓਵਰ 500 ਈਅਰਸ ਅਸੀਂ ਕਿੱਥੋਂ ਸ਼ੁਰੂ ਹੋਏ ਸੀ। ਤੁਸੀਂ ਜੇ 1947 ਦੀ ਗੱਲ ਕਰੋ ਤਾਂ ਆਪਣੇ ਜਿਹੜੀਆਂ ਹੈਲਥ ਸਰਵਿਸਿਜ਼ ਸੀ ਉਹ ਕੀ ਸੀ, ਤੇ ਜੇ ਤੁਸੀਂ ਅੱਜ ਦੇਖੋ ਤੇ ਆਪਣੀ ਹੈਲਥ ਸਰਵਿਸਿਜ਼ ਕੀ ਨੇ, ਇਟ ਇਜ਼ ਰੈਵੋਲੂਸ਼ਨਾਈਜ਼ਡ। ਇਹ ਕੋਈ ਇਹ ਨਹੀਂ ਹੈਗਾ ਵੀ ਆਪਾਂ ਅੱਜ ਇਹਨੂੰ ਕਹਿ ਦਈਏ ਵੀ ਤੂੰ ਸਰਜਰੀ ਕਰ ਲੈ, ਇਹਨੂੰ ਆਪਾਂ ਕਹਿ ਦਈਏ ਤੂੰ ਸਰਜਰੀ ਕਰ ਲੈ। ਇਟਸ ਨਾਟ ਪੋਸੀਬਲ। Starting from basic surgical to laparoscopic to robotic surgery, right? Starting from simple medicine doctors and lot of super specializations which have developed over a period of 150 years in a country, right? People should understand this. It's matter of your life and death. ਬਿਲਕੁਲ ਤੁਸੀਂ ਸਹੀ ਗੱਲ ਕਹੀ ਕਿ ਇੱਕ ਡਾਕਟਰ ਨੂੰ ਰੱਬ ਮੰਨਿਆ ਜਾਂਦਾ ਹੈ ਕਿਸੇ ਵੀ ਵਿਅਕਤੀ ਦੀ ਜਾਨ ਬਚਾਉਣ ਦੇ ਲਈ। ਜੇ ਡਾਕਟਰ ਤੋਂ ਇੰਨੀ ਕੁ ਗਲਤੀ ਹੋ ਜੇ ਤਾਂ ਉਸਦਾ ਖਾਮਿਆਜ਼ਾ ਬਹੁਤ ਵੱਡਾ ਹੋ ਸਕਦਾ ਹੈ। ਸੋ ਕਿਸ ਤਰੀਕੇ ਦੇ ਨਾਲ ਤੁਸੀਂ ਸਟ੍ਰਾਈਕ ਦਾ ਸਾਨੂੰ ਪਰਪਸ ਦੱਸ ਚੁੱਕੇ ਹੋ ਕਿ ਇਹ ਆਪਰੇਸ਼ਨ ਜਿਹੜੇ ਆਯੁਰਵੈਦਿਕ ਡਾਕਟਰਸ ਨੂੰ ਕਰਨ ਦੀ ਪਰਮਿਸ਼ਨ ਦਿੱਤੇ ਜਾ ਰਹੀ ਹੈ, ਪਰ ਇਸ ਦੇ ਨਾਲ ਸਟ੍ਰਾਈਕ ਕਿੱਦਾਂ ਰਹੇਗੀ ਅਤੇ ਕਿਸ ਤਰੀਕੇ ਨਾਲ ਕਰ ਰਹੇ ਹੋ ਤੁਸੀਂ ਇਹ ਸਟ੍ਰਾਈਕ, ਉਸ ਦੇ ਬਾਰੇ ਥੋੜ੍ਹਾ ਦੱਸੋ। ਦੇਖੀਏ, ਇਸ ਤਰ੍ਹਾਂ ਹੈਗਾ ਕਿ ਅਸੀਂ ਇੱਕ ਬਹੁਤ ਹੀ ਪੜ੍ਹੀ ਲਿਖੀ ਸਿਵਲਾਈਜ਼ਡ ਜਿਹੜੀ ਹੈ ਅਸੀਂ ਡਾਕਟਰ ਜਿਹੜੀ ਉਹ ਕੌਮ ਹੈਗੇ। ਕੋਵਿਡ ਦਾ ਪੀਰੀਅਡ ਚੱਲ ਰਿਹਾ ਹੈ। ਮੋਸਟ ਆਫ ਦੀ ਪ੍ਰਾਈਵੇਟ ਹਸਪੀਟਲਸ ਨੇ ਲੁਧਿਆਣਾ ਦੇ ਵਿੱਚ ਜੋ ਕੋਵਿਡ ਦੇ ਵਿੱਚ ਸਰਵਿਸ ਦਿੱਤੀ ਹੈ ਉਹ ਤੁਹਾਨੂੰ ਸਾਰਿਆਂ ਨੂੰ ਜਗ ਜ਼ਾਹਿਰ ਹੈ। ਕੰਧੇ ਨਾਲ ਕੰਧਾ ਲਾ ਕੇ ਅਸੀਂ ਸਿਵਲ ਹਸਪਤਾਲਾਂ ਨਾਲ ਤੇ ਵੱਡੇ ਹਸਪਤਾਲਾਂ ਨਾਲ ਛੋਟੇ ਹਸਪਤਾਲਾਂ ਨੇ ਜੋ ਸੇਵਾ ਦਿੱਤੀ ਹੈ ਉਹ ਐਗਜ਼ੈਂਪਲਰੀ ਹੈ। ਇਸ ਕਰਕੇ ਅਸੀਂ ਇਹ ਤਾਂ ਹੈ ਨਹੀਂ ਵੀ ਆਪਣੇ ਕੰਮ ਛੱਡ ਕੇ ਅਸੀਂ ਸੜਕਾਂ 'ਤੇ ਆ ਜਾਵਾਂਗੇ। ਕੋਈ ਐਕਸੀਡੈਂਟ ਕੇਸ ਵੀ ਆਉਂਦੇ ਨੇ, ਕੋਈ ਐਮਰਜੈਂਸੀ ਸਰਜਰੀਜ਼ ਵੀ ਆਉਂਦੀਆਂ ਨੇ। ਤਾਂ ਅਸੀਂ ਇਹ ਡਿਸਾਈਡ ਕੀਤਾ ਕਿ ਆਪਾਂ ਜਿਹੜੀ ਇਹ ਪਹਿਲੀ ਸਟੈਪ ਹੈਗੀ ਹੈ ਉਹ ਅਸੀਂ ਨੌਨ ਅਸੈਂਸ਼ੀਅਲ ਸਰਵਿਸਿਜ਼ ਨੂੰ ਠੱਪ ਕਰਕੇ, ਜਿਵੇਂ ਕਿ ਜਨਰਲ OPD ਠੀਕ ਹੈ ਨਾ, ਬਾਕੀ ਚੀਜ਼ਾਂ ਸਾਰੀਆਂ ਉਹ ਛੱਡ ਕੇ ਜਿਹੜੀ ਐਮਰਜੈਂਸੀ ਸਰਜਰੀਜ਼ ਨੇ ਜਾਂ ਜਿਹੜੇ ਐਮਰਜੈਂਸੀ ਪੇਸ਼ੈਂਟ ਆ ਰਹੇ ਜਾਂ ਜੋ ਸਾਡੇ ਕੋਵਿਡ ਵਾਰਡ 'ਚ ਅਸੀਂ ਰਾਊਂਡਸ ਲੈਣੇ ਆ ਜਾਂ ਅਸੀਂ ਉਹ ਸਾਡੇ ਉਸ ਤਰ੍ਹਾਂ ਹੀ ਚੱਲ ਰਹੇ ਨੇ। ਪਰ ਅਸੀਂ ਜਿਹੜੀਆਂ ਨੌਨ ਅਸੈਂਸ਼ੀਅਲ ਸਰਵਿਸਿਜ਼ ਨੇ, ਨੌਨ ਐਮਰਜੈਂਸੀ ਸਰਵਿਸਿਜ਼ ਨੇ, ਉਹ ਸ਼ਟ ਡਾਊਨ ਹੋਈਆਂ ਨੇ। ਜਿਹੜੇ ਡਾਕਟਰ ਕੰਮ ਤੇ ਗਏ ਵੀ ਨੇ ਕੋਵਿਡ ਵਾਰਡ 'ਚ ਉਹਨਾਂ ਨੇ ਸਾਰਿਆਂ ਨੇ ਕਾਲੇ ਬੈਚ ਲਾ ਕੇ ਤੇ ਸਰਕਾਰ ਨੂੰ ਆਪਣਾ ਰੋਸ ਪ੍ਰਦਰਸ਼ਨ ਕੀਤਾ ਹੈ ਕਿ ਜੇ ਤੁਸੀਂ ਜੋ ਵੀ ਇਹ ਕਰ ਰਹੇ ਹੋ ਪਲੀਜ਼ ਆਪਣੀ ਮਨਮਾਨੀ ਨਾ ਕਰੋ, ਇਹਨੂੰ ਸੋਚੋ, ਇਹਨੂੰ ਸਮਝੋ, MBBS ਕੋਰਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੇ ਉਸ ਤੋਂ ਬਾਅਦ ਜੋ ਕਿਸੇ ਵੀ ਅਸੀਂ ਸਟਰੀਮ ਦੇ ਵਿੱਚ MS ਕਰਦੇ ਹਾਂ ਜਾਂ ਫॉर दैट ਮੈਟਰ ਕਿਉਂਕਿ ਉਹਨਾਂ ਡੈਂਟਿਸਟਰੀ ਵੀ ਅਲਾਉ ਕੀਤੀ ਹੈ, ਉਹ BDS ਦੀ ਸਟੱਡੀ ਕਿਸ ਤਰ੍ਹਾਂ ਹੁੰਦੀ ਹੈ ਤੇ ਉਸ ਤੋਂ ਬਾਅਦ MDS ਕਿਸ ਤਰ੍ਹਾਂ ਹੁੰਦੀ ਹੈ ਤੇ ਤੁਸੀਂ ਉਹ ਪਰਟੀਕੂਲਰ ਸਰਜਰੀ ਕਰ ਪਾਉਂਦੇ ਹੋ, ਉਹਦੇ ਵਿੱਚ ਵੀ ਉਹਨਾਂ ਨੂੰ ਪਾਸ ਕਰਨਾ
ਹਰੇਕ ਪ੍ਰੋਫ ਨੂੰ, ਹਰੇਕ ਇੰਨਾ ਸੌਖਾ ਕੰਮ ਨਹੀਂ ਹੈਗਾ। MBBS ਕਿਉਂਕਿ ਕਿਹਾ ਜਾਂਦਾ ਹੈ ਕਿ ਇੱਕ ਵਿਦਿਆਰਥੀ ਆਪਣੀ ਜੇਕਰ ਤੁਸੀਂ MBBS ਕਰਨ ਚੱਲੇ ਹੋ ਤਾਂ ਤੁਹਾਡੀ ਜ਼ਿਆਦਾਤਰ ਕਾਲਜ ਲਾਈਫ ਜਿਹੜੀ ਹੈ ਜਾਂ ਜਵਾਨੀ ਜਿਸ ਨੂੰ ਮੈਂ ਕਹਿ ਸਕਦੀ ਹਾਂ ਸਾਰੀ ਤੁਹਾਡੀ ਕਿਤਾਬਾਂ ਦੇ ਵਿੱਚ ਹੁੰਦੀ ਹੈ, ਤੇ ਉਸ ਤੋਂ ਬਾਅਦ ਤੁਸੀਂ ਕਿਤੇ ਜਾ ਕੇ MBBS ਦਾ ਜਿਹੜਾ ਟੈਗ ਆ ਉਹ ਤੁਹਾਡੇ ਮੂਹਰੇ ਲੱਗਦਾ। ਐਗਜ਼ੈਕਟਲੀ, ਮੈਂ ਵੀ ਇਸੇ ਗੱਲ 'ਤੇ ਹੀ ਸਟ੍ਰੈਸ ਪਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਤੁਸੀਂ ਦੇਖੋ ਵੀ ਇੱਕ ਇੱਕ ਚੀਜ਼ ਨੂੰ, ਜੇ ਅਸੀਂ ਐਨਾਟਮੀ ਪੜ੍ਹਨੀ ਹੈ ਜਾਂ ਫਿਜ਼ੀਓਲੋਜੀ ਪੜ੍ਹਨੀ ਹੈ, ਜਾਂ ਫਿਰ ਉਸ ਤੋਂ ਬਾਅਦ ਅਸੀਂ ਸੈਕਿੰਡ ਪ੍ਰੋਫ ਦੇ ਵਿੱਚ ਅਸੀਂ ਮੈਡੀਸਿਨ ਪੜ੍ਹਨੀ ਹੈ ਜਾਂ ਫਾਰਮਾਕੋਲੋਜੀ ਪੜ੍ਹਨੀ ਹੈ, ਫਿਰ ਅਸੀਂ ਪੈਥੋਲੋਜੀ, ਇਟਸ ਅ gradual process how you learn and how you become an MBBS doctor. Don't talk about a surgical doctor or a surgical ਜਿਹੜੇ ਅਸੀਂ ਵੱਡੇ ਪ੍ਰੋਸੀਜਰ ਕਰਦੇ ਹਾਂ। So it's not that easy. ਸਰਕਾਰ ਨੂੰ ਇਹ ਸਮਝਣਾ ਚਾਹੀਦਾ ਕਿ ਤੁਸੀਂ ਦੇਖੋ ਜੋ ਖਾਸ ਕਰਕੇ ਜਿਹੜੇ ਇੰਡੀਅਨ ਡਾਕਟਰਸ ਨੇ, ਅਸੀਂ ਪੂਰੇ ਵਿਦੇਸ਼ਾਂ 'ਚ ਵੀ ਤੁਸੀਂ ਚਲੇ ਜਾਓ, ਉੱਥੇ ਤੁਸੀਂ US ਚਲੇ ਜਾਓ, ਪੂਰੇ ਨਾਰਥ ਅਮਰੀਕਾ ਚਲੇ ਜਾਓ, ਕੈਨੇਡਾ ਚਲੇ ਜਾਓ, ਉੱਥੇ ਇੰਡੀਅਨ ਡਾਕਟਰਸ ਨੂੰ ਬਹੁਤ ਅੱਛਾ ਮੰਨਿਆ ਜਾਂਦਾ। ਔਰ ਸੇਮ ਜੇ ਆਪਾਂ ਗੱਲ ਕਰੀਏ, ਤੁਸੀਂ ਹੋਰ ਵੀ ਆਪਣੇ ਸਾਊਥ ਈਸਟ ਏਸ਼ੀਅਨ ਕੰਟਰੀਜ਼ ਨੇ ਜਾਂ ਹੋਰ ਪਾਸੇ ਵੀ ਏਸ਼ੀਅਨ ਕੰਟਰੀਜ਼ ਨੇ, ਜਿੰਨਾ ਮੈਡੀਕਲ ਟੂਰਿਜ਼ਮ ਇੰਡੀਆ ਦੇ ਵਿੱਚ ਹੈਗਾ ਉਹ ਕਿਤੇ ਵੀ ਨਹੀਂ ਹੈਗਾ। ਅਫਰੀਕਨ ਕੰਟਰੀਜ਼, ਰਸ਼ੀਅਨ ਕੰਟਰੀਜ਼, ਇੱਧਰੋਂ UAE ਵਾਲੇ ਬੰਦੇ, ਸਾਰੇ ਜਿਹੜੇ ਇਹ ਕੰਟਰੀਜ਼ ਹੈਗੀਆਂ ਨੇ, ਇਹ ਸਾਰੇ ਆਪਣੇ ਅੱਛੇ ਟ੍ਰੀਟਮੈਂਟ ਲਈ ਉਹ ਕਰਨ ਲਈ ਇੱਥੇ ਆਉਂਦੇ ਨੇ। ਵਾਈ ਮੈਡੀਕਲ ਟੂਰਿਜ਼ਮ ਇਜ਼ ਸੋ ਗੁੱਡ ਇਨ ਇੰਡੀਆ? ਵੀ ਡੋਂਟ ਵਾਂਟ ਟੂ ਡਿਲੂਟ ਇਟ। ਜੇ ਤੁਸੀਂ ਇਹ ਕਹੋਗੇ ਵੀ ਜੀ ਇਹ ਆਯੂਸ਼ ਵਾਲੇ ਜਾਂ ਇਹ ਵਾਲੇ ਸਰਜਰੀ ਕਰਨ ਲੱਗ ਜਾਣਗੇ ਤਾਂ ਕਿੱਥੇ? ਇਹ ਤਾਂ ਲੋਕਾਂ ਨੂੰ ਸਮਝਣਾ ਚਾਹੀਦਾ। ਇਟਸ देयर ਹੈਲਥ, ਇਟਸ देयर। ਉਹ ਤਾਂ ਠੀਕ ਹੈ ਜੇ ਇੱਕ ਪਾਸੇ ਆਪਾਂ ਦੇਖੀਏ ਕਿ ਵੀ ਉਹ ਕਹਿੰਦੇ ਵੀ ਇਲਾਜ ਸਸਤਾ ਹੋ ਜਾਊਗਾ, ਵੀ ਇਹ ਲੋਕੀ ਗਰੀਬ ਬਹੁਤ ਨੇ ਤੇ ਇਹਨਾਂ ਨੂੰ ਆਪਾਂ ਸਰਜੀਕਲ ਅਲਾਉ ਕਰ ਦਈਏ, ਬਟ ਇਟਸ ਨਾਟ ਦੀ ਮਨੀ, ਇਟਸ ਦੀ ਕੁਐਸਚਨ ਆਫ ਲਾਈਫ ਐਂਡ ਡੈਥ। ਜੀ ਬਿਲਕੁਲ, ਤੁਸੀਂ ਬਿਲਕੁਲ ਸਹੀ ਕਿਹਾ ਹੈ ਕਿ ਅਜਿਹਾ, ਕਿਉਂਕਿ ਹਰ ਇੱਕ ਬੰਦੇ ਦਾ ਹਰ ਇੱਕ ਕਿਰਦਾਰ ਹੁੰਦਾ ਵਾ ਤੇ ਉਹੀ ਕਿਰਦਾਰ ਉਹ ਨਿਭਾਉਂਦੇ ਆਉਂਦੇ ਆ। ਸੋ ਇਹਨਾਂ ਨੂੰ ਮਿਕਸ ਐਂਡ ਮੈਚ ਜਿਹੜੀ ਅੱਜ ਤੋਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗੀ ਕਿ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਅੱਜ ਜਿਹੜਾ ਇਹ ਅੰਦੋਲਨ ਆ ਉਹ ਚੱਲਿਆ ਜਾਏਗਾ? ਸੋ ਇਹ ਜਿਹੜਾ ਅਸੀਂ ਵਰਡ ਨਵਾਂ ਦਿੱਤਾ ਹੈਗਾ ਮਿਕਸੋਪੈਥੀ ਵਾਲਾ, ਇਹਦੇ ਖਿਲਾਫ ਜੋ ਅਸੀਂ ਅੱਜ ਕਰ ਰਹੇ ਹਾਂ। ਅਸੀਂ ਅੱਜ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਜਿਹੜੀ ਹੈ ਅਸੀਂ ਨਾਨ ਐਮਰਜੈਂਸੀ, ਨਾਨ ਐਸੈਂਸ਼ੀਅਲ ਸਰਵਿਸਿਜ਼ ਬੰਦ ਰੱਖੀਆਂ, ਔਰ ਇਹ ਅੱਜ ਪਹਿਲਾ ਸਟੈਪ ਹੈ। ਇਹ ਤੁਸੀਂ ਹੁਣ ਦੇਖ ਰਹੇ ਹੋ ਵੀ ਪਹਿਲਾਂ ਕਿਸਾਨਾਂ ਨੇ ਵੀ ਜੋ ਰੋਸ਼ ਕੀਤਾ ਹੈਗਾ, ਪਰ ਉਹਨਾਂ ਨੇ ਬਹੁਤ ਸਖਤ ਤਰੀਕੇ ਨਾਲ ਕੀਤਾ। ਇਹ ਸਾਡਾ ਵੀ ਇਹ ਪਹਿਲਾ ਸਟੈਪ ਹੈ। ਅਸੀਂ ਅੱਜ ਸਰਕਾਰ ਨੂੰ ਇਸ ਤੋਂ ਬਾਅਦ ਤੁਸੀਂ ਹੋਰ ਕੁਝ ਗੰਭੀਰ ਆਪਣੇ ਸਟੈਪ ਨੂੰ ਬਹੁਤ ਇੰਟੈਂਸੀਫਾਈ ਕਰਾਂਗੇ। ਤੁਹਾਡੇ ਮਾਧਿਅਮ ਰਾਹੀਂ ਮੈਂ ਸਭ ਨੂੰ ਦੱਸਣਾ ਚਾਹੁੰਦਾ ਵੀ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਨੂੰ ਮੈਡੀਕਲੀ ਕਿਸੇ ਨੂੰ ਕੋਈ ਉਹ ਹੋਵੇ, ਬਟ ਜੇ ਸਰਕਾਰ ਨੇ ਇਹ ਗੱਲਾਂ ਸਾਡੀਆਂ ਮੰਨੀਆਂ, ਅਸੀਂ IMA ਵੱਲੋਂ ਅੱਜ ਕੀਤਾ, ਹੌਲੀ ਹੌਲੀ ਹੋਰ ਵੀ ਸਾਰੇ ਇਕੱਠੇ ਹੋਵਾਂਗੇ ਤੇ ਇਸ ਨੂੰ ਅਸੀਂ ਬਹੁਤ ਇੰਟੈਂਸੀਫਾਈ ਕਰਾਂਗੇ ਔਰ ਬਹੁਤ ਅੱਗੇ ਤੱਕ ਲੈ ਕੇ ਜਾਵਾਂਗੇ। ਇਸ ਦਾ ਬਿਲਕੁਲ ਤੁਸੀਂ ਜਿਸ ਤਰੀਕੇ ਨਾਲ ਮਿਕਸੋਪੈਥੀ ਇਸ ਨੂੰ ਨਾਂ ਦਿੱਤਾ ਹੈ, ਸੋ ਅਜਿਹਾ ਸੁਪਰੀਮ ਕੋਰਟ ਨੇ ਵੀ ਪਹਿਲਾਂ ਕਿਹਾ ਵਾ ਕਿ ਇਹ ਜਿਹੜੀਆਂ ਦੋ ਚੀਜ਼ਾਂ ਨੇ ਇਹਨਾਂ ਨੂੰ ਅਲੱਗ-ਅਲੱਗ ਰਹਿਣ ਦਿੱਤਾ ਜਾਏਗਾ। ਐਲੋਪੈਥੀ ਤੇ ਆਯੁਰਵੈਦਿਕ ਇਸ ਨੂੰ ਅਲੱਗ ਰਹਿਣ ਦਿੱਤਾ ਜਾਏਗਾ, ਤਾਂ ਹੀ ਇਸ ਦੀ ਪੜ੍ਹਾਈ ਵੀ ਬਿਲਕੁਲ ਅਲੱਗ ਹੈ ਅਤੇ ਦੋਨੋਂ ਡਾਕਟਰਸ ਦਾ ਇਲਾਜ ਅਲੱਗ ਹੈ, ਸਭ ਤਰੀਕਾ ਜਿਹੜਾ ਉਹ ਬਿਲਕੁਲ ਅਲੱਗ ਹੈ। ਇਹ ਤੁਸੀਂ ਬਿਲਕੁਲ ਠੀਕ ਕਿਹਾ ਹੈਗਾ। ਦੇਖੋ ਸੁਪਰੀਮ ਕੋਰਟ ਵੀ ਇਸ ਗੱਲ ਨੂੰ ਸਮਝਦਾ ਹੈਗਾ, ਔਰ ਇਹ ਬਹੁਤ ਅਨਫੋਰਚੂਨੇਟ ਹੈ ਕਿ ਇਹ ਸਰਕਾਰ ਨੂੰ ਸਮਝ ਨਹੀਂ ਆ ਰਹੀ ਕਿ ਜਿਹੜਾ ਲੋਟ ਆਫ ਔਰ ਇੰਨੇ ਤਿੱਕਨ ਹੋ ਚੁੱਕਿਆ। ਅਸੀਂ ਜਿਹੜੇ EMO ਹਸਪੀਟਲ ਦੇ ਵਿੱਚ ਰੱਖਦੇ ਸੀ, ਜਿਹੜੇ BMS ਸੀਗੇ, ਕੋਰਟ ਉਹ ਵੀ ਮਨਾ ਕਰ ਚੁੱਕੀ ਆ। ਜੇ ਕੋਰਟ ਇਹਨਾਂ ਲੋਕਾਂ ਨੂੰ EMO ਬਣਨ ਨੂੰ ਤਿਆਰ ਨਹੀਂ ਹੈਗੀ ਸੁਪਰੀਮ ਕੋਰਟ, ਤੇ ਹਾਊ ਯੂ ਟਾਕ ਅਬਾਊਟ ਸਰਜਰੀ? ਸੋ ਗਵਰਨਮੈਂਟ ਸ਼ੁੱਡ ਅੰਡਰਸਟੈਂਡ ਕਿ ਇੱਦਾਂ ਨਹੀਂ ਹੈਗਾ ਇਹ। ਤੁਹਾਨੂੰ ਕੀ ਲੱਗਦਾ ਕਿ ਇਹ ਗਵਰਨਮੈਂਟ ਦਾ ਕੁਝ ਆਪਣਾ ਪ੍ਰਸਤਾਵ ਹੈ? ਕਿਉਂਕਿ ਜੇ ਸੁਪਰੀਮ ਕੋਰਟ ਦੀ ਗੱਲ ਕਰੀਏ, ਉਹਨਾਂ ਦੇ ਆਰਡਰਸ ਕੋਈ ਹੋਰ ਨੇ ਤੇ ਗਵਰਨਮੈਂਟ ਆਪਣੇ ਹੀ ਆਰਡਰਸ ਨੂੰ ਬਾਈਪਾਸ ਕਰਕੇ ਇੱਕ ਨਵੀਂ ਨੋਟੀਫਿਕੇਸ਼ਨ ਜਿਹੜੀ ਹੈ ਤੁਹਾਡੇ ਤੱਕ ਪਹੁੰਚਾਈ ਜਾ ਰਹੀ ਹੈ। ਸੋ ਇਸ ਦੇ ਪਿੱਛੇ ਦਾ ਕੀ ਕਾਰਨ ਹੋ ਸਕਦਾ ਕਿ ਆਯੁਰਵੈਦਿਕ ਨੂੰ ਵੀ ਪ੍ਰਮੋਟ ਕੀਤਾ ਜਾ ਰਿਹਾ, ਪਰ ਅਜਿਹੇ ਤਰੀਕੇ ਦੇ ਨਾਲ ਕਿ ਪ੍ਰੋਸੀਜਰਸ ਤੇ ਜਿਹੜੀ ਸਰਜਰੀਜ਼ ਨੇ ਉਹ ਹੋ ਸਕਦੀਆਂ ਨੇ, ਜੋ ਕਿ ਇੱਕ ਛੋਟੀ ਗੱਲ ਨਹੀਂ ਹੈ। ਦੇਖੀਏ, ਇਹ ਦੋਨੋਂ ਅਲੱਗ-ਅਲੱਗ ਪੈਥੀਜ਼ ਨੇ, ਆਪਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਉਹ ਐਲੋਪੈਥਿਕ ਹੈ, ਉਹ ਆਯੁਰਵੈਦਿਕ ਹੈ। ਉਹਨਾਂ ਦੀ ਪੜ੍ਹਾਈ ਬਿਲਕੁਲ ਡਿਫਰੈਂਟ ਹੈ, ਉਹਨਾਂ ਦੀ ਦਵਾਈਆਂ ਬਿਲਕੁਲ ਡਿਫਰੈਂਟ ਨੇ। ਉਹਨਾਂ ਦਾ ਇਟਸ ਅ ਪੈਰਲਲ ਕਾਈਂਡ ਆਫ ਲੀਨੀਅਰ ਪੈਥੀਜ਼, ਇਹ ਅਲੱਗ-ਅਲੱਗ ਚੱਲਦੀਆਂ ਨੇ, ਔਰ ਇਹਨਾਂ ਦਾ ਕੋਈ ਆਪਸ, ਅਸੀਂ ਤਾਂ ਹੀ ਇਹਨੂੰ ਮਿਕਸੋਪੈਥੀ ਕਹਿ ਰਹੇ ਹਾਂ। ਅਸੀਂ ਕਦੇ ਇਹ ਨਹੀਂ ਕਹਿੰਦੇ ਵੀ ਤੁਸੀਂ ਆਯੁਰਵੈਦਿਕ ਪ੍ਰੈਕਟਿਸ ਨਾ ਕਰੋ ਜਾਂ ਹੋਮਿਓਪੈਥਿਕ ਨਾ ਕਰੋ ਜਾਂ ਯੂਨਾਨੀ ਨਾ ਕਰੋ। ਇਹ ਆਲਟਰਨੇਟ ਮੈਡੀਸਿਨ ਅਸੀਂ ਇਹਨੂੰ ਕਹਿੰਦੇ ਹਾਂ। ਆਲਟਰਨੇਟ ਮੈਡੀਸਿਨ ਇੱਕ ਆਪਣੇ ਆਪ 'ਚ ਹੀ ਇੱਕ ਅਲੱਗ ਚੀਜ਼ ਹੈਗੀ ਹੈ। But as far as emergency things, surgeries are concerned, which we have developed over ਤੁਸੀਂ ਕਿੰਨੇ ਕੁ ਹਸਪਤਾਲ ਦੇਖੇ ਆ ਵੀ ਜੀ ਆਯੁਰਵੈਦਿਕ ਹਸਪਤਾਲ ਕੋਈ ਜਾਂਦਾ? ਕਿੰਨੇ ਮੈਡੀਕਲ ਕਾਲਜਸ ਨੇ, ਕਿੰਨੇ ਇੱਥੇ ਵੱਡੇ ਪ੍ਰਾਈਵੇਟ ਨਰਸਿੰਗ ਹੋਮਸ ਨੇ, ਕਿੰਨੇ ਵੱਡੇ ਪੂਰੇ ਇੰਡੀਆ ਦੇ ਵਿੱਚ? ਤੁਸੀਂ ਕੋਈ ਦੇਖਿਆ ਵੀ ਕੋਈ
ਅੱਧੀ ਰਾਤ ਨੂੰ ਹਾਰਟ ਅਟੈਕ ਵਾਲਾ ਕੋਈ ਆਯੁਰਵੈਦਿਕ ਵਾਲੇ ਕੋਲ ਜਾਵੇ। ਕਿਉਂਕਿ ਉਸ ਦਾ ਇਲਾਜ ਬਹੁਤ ਮੰਨਿਆ ਜਾਂਦਾ ਕਿਫਾਇਤੀ ਹੁੰਦਾ ਪਰ ਬਹੁਤ ਲੰਬਾ ਟਾਈਮ ਲਈ ਲੌਜੀਕਲ ਅਸੀਂ ਐਵੀਡੈਂਸ ਬੇਸਡ ਮੈਡੀਸਿਨ ਡਿਵੈਲਪ ਕੀਤੀ ਓਵਰ ਅ ਨੰਬਰ ਆਫ ਈਅਰਸ। ਕਿੰਨੇ ਅਸੀਂ ਸਰਜੀਕਲ ਪ੍ਰੋਸੀਜਰਸ ਡਿਵੈਲਪ ਕੀਤੇ ਨੇ, ਕਿੰਨੀਆਂ ਅਸੀਂ CMEs ਕਰਦੇ ਹਾਂ, ਕਿੰਨੀਆਂ ਅਸੀਂ ਕਾਨਫਰੰਸਾਂ ਤੇ ਜਾਂਦੇ ਹਾਂ, ਹੈਂਡ ਔਨ ਟ੍ਰੇਨਿੰਗ ਲੈਂਦੇ ਹਾਂ, ਤਾਂ ਜਾ ਕੇ ਅਸੀਂ ਇੱਕ ਸਰਜਨ ਬਣਦੇ ਹਾਂ। ਪਰ ਉਹਨਾਂ ਦੀ ਪੈਥੀ ਬਿਲਕੁਲ ਅਲੱਗ ਹੈ, ਉਹਨਾਂ ਦੀ ਸੋਚ ਬਿਲਕੁਲ ਅਲੱਗ ਹੈ। ਉਹਨਾਂ ਨੂੰ ਪੈਰਲਲ ਚੱਲੇ ਜਾਣ ਦੇ ਬਹੁਤ ਇਟਸ ਅ ਰਿਗਰੈਸਿਵ ਸਟੈਪ ਆਈ ਵੁੱਡ ਸੇ ਬਾਈ ਦੀ ਗਵਰਨਮੈਂਟ। ਮੈਨੂੰ ਲੱਗਦਾ ਕਿ ਕਿਉਂ ਗਵਰਨਮੈਂਟ ਜਿਹੜਾ ਅਜਿਹਾ ਸਟੈਪ ਹੈ ਕਿਉਂ ਲੈਂਦੀ ਪਈ ਹੈ ਕਿ ਇੱਥੇ ਦਾ ਪਿੱਛੇ ਦਾ ਕਾਰਨ ਕੀ ਹੋ ਸਕਦਾ ਹੈ? ਪਿੱਛੇ ਕੀ ਮੈਂਟੈਲਿਟੀ ਹੈ ਆਯੂਸ਼ ਨੂੰ ਇੰਨਾ ਉਹ ਕਰਨ ਦੀ? ਮੈਂ ਬਹੁਤ ਪ੍ਰਧਾਨ ਮੰਤਰੀ ਦੀਆਂ ਸਪੀਚਾਂ ਵੀ ਸੁਣੀਆਂ ਨੇ ਵੀ ਆਈ ਡੋਂਟ ਨੋ। ਠੀਕ ਹੈ, ਅਸੀਂ ਕਹਿੰਦੇ ਆ, ਅਸੀਂ ਵੀ ਕਈ ਵਾਰੀ ਕਹਿੰਦੇ ਆ ਵੀ ਯਾਰ ਕਾੜਾ ਪੀ ਲਓ, ਹੋਰ ਪੀ ਲਓ, ਸਾਰਾ ਕੁਝ ਹੈ ਨਾ, ਇਟ ਕੈਨ ਬੀ ਗੁੱਡ ਫॉर ਯੂਰ ਹੈਲਥ, ਯੂ ਕੈਨ ਬੂਸਟ ਯੂਰ ਇਮਿਊਨਿਟੀ ਸਿਸਟਮ। ਇਹ ਆਇਆ ਸੀ, ਬਟ ਤੁਸੀਂ ਕਹੋ ਜੀ ਤੂੰ ਸਰਜਰੀ ਕਰਨ ਲੱਗ ਜਾ, ਠੀਕ ਹੈ ਨਾ, ਤੈਨੂੰ ਅਸੀਂ ਸਿਖਾ ਦੇ ਰਹੇ, ਨਾਟ ਪੋਸੀਬਲ। ਤੁਸੀਂ ਆਯੂਸ਼ ਨੂੰ ਪ੍ਰਮੋਟ ਕਰੋ। ਤੁਸੀਂ ਜੇ ਉਹਨਾਂ ਨੂੰ ਕਰਨਾ ਚਾਹੁੰਦੇ ਹੋ, ਜਾਂ ਇਹਦੇ ਪਿੱਛੇ ਕੋਈ ਕਮਰਸ਼ੀਅਲ ਥਾਟ ਹੈ, ਜਾਂ ਇਹਦੇ ਪਿੱਛੇ ਕੋਈ ਰਿਗਰੈਸਿਵ ਥਾਟ ਹੈ, ਵੈਰੀ ਡਿਫਿਕਲਟ ਟੂ ਸੇ। ਸੋ ਇਸ ਦਾ ਮਤਲਬ ਇਹ ਹੈ ਕਿ ਇਸ ਤੋਂ ਇਲਾਵਾ ਜੇਕਰ ਗਵਰਨਮੈਂਟ ਹਜੇ ਵੀ ਸਰਕਾਰ ਤੁਹਾਡੀ ਹਜੇ ਵੀ ਗੱਲ ਨਹੀਂ ਮੰਨਦੀ ਹੈ ਤਾਂ ਇਸ ਤੋਂ ਵੱਡਾ ਜਿਹੜਾ ਰੋਸ਼ ਡਾਕਟਰਸ ਵੱਲੋਂ ਕੀਤਾ ਜਾਏਗਾ ਇਸ ਦਾ? ਹਾਂਜੀ ਬਿਲਕੁਲ, ਸਾਡੀ IMA ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਜਿਹੜੀ ਹੈ ਉਹ ਸਟ੍ਰੈਟਜੀ ਤਿਆਰ ਹੁੰਦੀ ਹੈ, ਤੇ ਦੇਖਦੇ ਹਾਂ ਇਸ ਤੋਂ ਬਾਅਦ ਕੀ ਆਉਂਦਾ ਹੈਗਾ, ਕੀ ਸਰਕਾਰ ਕੀ ਸਾਡੇ ਨਾਲ ਗੱਲ ਕਰਨਾ ਚਾਹੁੰਦੀ ਹੈ ਜਾਂ ਅੱਜ ਕੀ। ਕੋਈ ਮੀਟਿੰਗ ਹੋਈ ਹੈ ਜਿਸ ਦੇ ਦੌਰਾਨ ਗੱਲਬਾਤ ਕੀਤੀ ਗਈ ਹੋਵੇ ਜਾਂ ਸਰਕਾਰ ਨੇ ਤੁਹਾਨੂੰ ਅਪਰੋਚ ਕਰਨ ਦੀ ਕੋਸ਼ਿਸ਼? ਹਜੇ ਤੱਕ ਕੋਈ ਐਸੀ ਨਹੀਂ ਹੈ, ਹਜੇ ਤਾਂ ਅਸੀਂ ਰਿਪਰੈਜ਼ੈਂਟ ਇਟਸ ਜਸਟ ਸਿੰਬੋਲਿਕ ਸਟ੍ਰਾਈਕ। ਅਸੀਂ ਆਪਣੇ ਕੰਮ ਛੱਡ ਕੇ ਜਿਹੜੇ ਹੈਗੇ ਸਿਰਫ ਐਮਰਜੈਂਸੀ ਦੇਖ ਰਹੇ ਹੈਗੇ ਆ। ਅੱਜ ਆਪਣੀਆਂ ਸਭ ਨੇ ਬੰਦ ਰੱਖੀਆਂ, ਬਹੁਤ ਅੱਛਾ ਸਾਨੂੰ ਸਮਰਥਨ ਮਿਲਿਆ। ਲੁਧਿਆਣੇ ਦੇ ਵਿੱਚ ਆਲਮੋਸਟ ਸਾਰੇ ਜਿਹੜੇ ਵੱਡੇ ਹਸਪੀਟਲ ਨੇ, PCMS ਵਾਲਿਆਂ ਨੇ ਵੀ ਸਾਨੂੰ ਅੱਜ ਸਪੋਰਟ ਕੀਤਾ। ਉਹਨਾਂ ਨੇ ਵੀ 1 ਘੰਟੇ ਦੀ ਸਿੰਬੋਲਿਕ ਸਟ੍ਰਾਈਕ ਸਾਰੇ ਡਿਸਪੈਂਸਰੀਆਂ ਤੇ ਸਿਵਲ ਹਸਪੀਟਲ ਦੇ ਵਿੱਚ ਰੱਖੀ ਹੈ। ਲੈਟ ਅਸ ਸੀ ਹੁਣ ਸਰਕਾਰ ਕਿੱਥੇ ਸਾਨੂੰ ਕਿਤਾ ਇਹ ਕਿਸਾਨਾਂ ਵਾਲਾ ਕੰਮ ਕਰਨ ਤੇ ਮਜਬੂਰ ਨਾ ਕਰਨ ਤਾਂ ਸਾਨੂੰ ਜ਼ਿਆਦਾ ਵਧੀਆ। ਜੀ ਬਿਲਕੁਲ, ਤੁਸੀਂ ਸਹੀ ਕਿਹਾ, ਕਿਉਂਕਿ ਕਿਸਾਨਾਂ ਦਾ ਵੀ ਰੋਸ਼ ਲਗਾਤਾਰ ਡਟੇ ਹੋਏ ਨੇ, ਜਾਰੀ ਨੇ ਅਤੇ ਆਪਣੀਆਂ ਮੰਗਾਂ ਕਰਦੇ ਹੋਏ ਨਜ਼ਰ ਆਉਂਦੇ ਨੇ। ਸੋ ਇਸ ਤਰੀਕੇ ਦੇ ਨਾਲ ਹੀ ਤੁਸੀਂ ਵੇਖ ਸਕਦੇ ਹੋ ਕਿ ਕਿੰਜ ਜਿਹੜੇ ਲਾਅ ਬਣਦੇ ਨੇ ਅਤੇ ਲਾਅਸ ਨੂੰ ਬਾਈਪਾਸ ਕਰਦੇ ਹੋਏ ਗਵਰਨਮੈਂਟ ਇੱਕ ਅਜਿਹੀ ਨਵਾਂ ਕੋਈ ਵੀ ਨੋਟੀਫਿਕੇਸ਼ਨ ਜਾਰੀ ਕਰ ਦਿੰਦੇ ਆ। ਅਸੀਂ ਵੀ ਸਮਝਦੇ ਹਾਂ, ਸਾਨੂੰ ਲੱਗਦਾ ਹੈ ਕਿ ਹਰ ਇੱਕ ਜਿਹੜਾ ਡਾਕਟਰ ਹੈ ਉਹ ਇੱਕ ਵਿਅਕਤੀ ਦੀ ਜਾਨ ਬਚਾਉਣ ਦੇ ਲਈ ਬਹੁਤ ਸਮਰਥਨ ਹੈ ਅਤੇ ਜੇਕਰ ਡਾਕਟਰ ਹੋਣ ਤਾਂ ਇੱਕ ਵਿਅਕਤੀ ਦੀ ਜਾਨ ਬਚ ਸਕਦੀ ਹੈ। ਪਰ ਬਹੁਤ ਛੋਟਾ ਜਿਹਾ ਗੱਲ ਕਹੂੰਗੀ ਕਿ ਜਿਸਕਾ ਕੰਮ ਉसी को साजे। ਜੇਕਰ ਇਦਾਂ ਹੋਵੇਗਾ ਤਾਂ ਉਹ ਜ਼ਿਆਦਾ ਵਧੀਆ ਰਹੇਗਾ, ਕਿਉਂਕਿ ਜੇ ਐਕਸੀਡੈਂਟ ਦੀ ਗੱਲ ਕਰੀਏ ਜਾਂ ਕਿਸੇ ਵੀ ਸੁਵਿਧਾ ਦੀ ਗੱਲ ਕਰੀਏ ਤਾਂ ਜਿਉਣਾ ਤੇ ਮਰਨਾ ਡਾਕਟਰ ਦੇ ਹੱਥ ਹੁੰਦਾ ਕਿ ਉਹ ਬਚਾ ਸਕਦੇ ਨੇ, ਤੇ ਇਹ ਜੇ ਚੀਜ਼ ਚੱਜ ਨਾਲ ਹੋਵੇ ਤਾਂ ਕਿਸੇ ਦੀ ਜਾਨ ਵੀ ਬਚ ਸਕਦੀ ਹੈ। ਕੈਮਰਾਮੈਨ ਪਵਨ ਦੇ ਨਾਲ ਮੈਂ ਸ਼ਿਫਾਲੀ, ਦੈਨਿਕ ਸਵੇਰਾ TV ਲੁਧਿਆਣਾ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।